ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬੇਟੇ ਅੱਜ ਅਸੀਂ 10ਵੀਂ ਜਮਾਤ ਦੇ ਬੀਰ ਕਾਵਿ ਨਾਲ ਸੰਬੰਧਿਤ ਇੱਕ ਸ਼ਾਹ ਮੁਹੰਮਦ ਜੀ ਦੇ ਲਿਖੇ ਹੋਏ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਬਾਰੇ ਥੋੜ੍ਹਾ ਪੜ੍ਹਾਂਗੇ। ਬੇਟਾ ਇਹ ਬੀਰ ਕਾਵਿ ਨਾਲ ਸੰਬੰਧਿਤ ਜੰਗਨਾਮਾ ਹੈ, ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ। ਬੇਟਾ ਇਹ ਬੀਰ ਕਾਵਿ ਨਾਲ ਸੰਬੰਧਿਤ ਜੰਗਨਾਮਾ ਹੈ। ਸੋ ਇਹ ਜੰਗਨਾਮਾ ਸ਼ਾਹ ਮੁਹੰਮਦ ਸਾਹਿਬ ਨੂੰ ਬੜਾ ਪੰਜਾਬ ਦੇ ਨਾਲ ਪਿਆਰ ਸੀਗਾ ਅਤੇ ਇਹਦੀ ਥੋੜ੍ਹੀ ਬੈਕਗਰਾਊਂਡ ਤੁਹਾਨੂੰ ਜਾਣਨੀ ਬਹੁਤ ਜ਼ਰੂਰੀ ਹੈ ਬੇਟੇ। ਇਹ ਪੜ੍ਹਨ ਤੋਂ ਪਹਿਲਾਂ ਆਪਾਂ ਥੋੜ੍ਹਾ ਪੜ੍ਹਦੇ ਹਾਂ ਸ਼ਾਹ ਮੁਹੰਮਦ ਜੀ ਬਾਰੇ, ਉਹਦੇ ਬਾਅਦ ਫਿਰ ਆਪਾਂ ਇਹ ਥੋੜ੍ਹੀ ਬੈਕਗਰਾਊਂਡ ਬਾਰੇ ਜਾਣਨਾ ਚਾਹਾਂਗੇ, ਜਿਹੜੀ ਕਿ ਬਹੁਤ ਜ਼ਰੂਰੀ ਤੁਹਾਡੇ ਵਾਸਤੇ ਜਾਣਨਾ। ਸੋ ਬੇਟਾ ਪਹਿਲਾਂ ਥੋੜ੍ਹਾ ਪੜ੍ਹਦੇ ਹਾਂ। ਸ਼ਾਹ ਮੁਹੰਮਦ ਦਾ ਜਨਮ ਦੇਖੋ 1782 ਤੋਂ 1862 ਈਸਵੀ ਵਿੱਚ ਹੋਇਆ। ਸਿੰਘਾਂ ਦਾ ਰਾਜ ਬੇਟੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ 1799 ਤੋਂ ਲੈ ਕੇ 1839 ਤੱਕ ਆਪਣੀ ਮੌਤ ਜਦੋਂ ਉਹਦੀ ਹੋਈ 1839 ਤੱਕ, ਉਦੋਂ ਤੱਕ ਪੰਜਾਬ 'ਤੇ ਰਾਜ ਕੀਤਾ ਅਤੇ ਉਹਦਾ ਰਾਜ ਬਹੁਤ ਜ਼ਿਆਦਾ ਸਟਰੋਂਗ ਰਾਜ ਸੀਗਾ। ਸਾਰੇ ਅੰਗਰੇਜ਼ਾਂ ਨੇ ਸਾਰੇ ਭਾਰਤ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ, ਬਟ ਸਿਰਫ ਪੰਜਾਬ ਹੀ ਇੱਕ ਐਸਾ ਸਟੇਟ ਸੀਗਾ ਜਿਹੜਾ ਕਿ ਅਜੇ ਤੱਕ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਨਹੀਂ ਸੀ ਆਇਆ। ਉਹਦਾ ਕਾਰਨ ਇਹ ਸੀਗਾ ਕਿ ਉਹ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਕੂਟਨੀਤੀ ਦੇ ਨਾਲ ਸੰਧੀਆਂ ਕਰਕੇ ਅੰਗਰੇਜ਼ਾਂ ਨੂੰ ਸਤਲੁਜ ਦਰਿਆ ਤੋਂ ਪਰੇ ਪਰੇ ਰੋਕਿਆ ਹੋਇਆ ਸੀਗਾ। ਸੋ ਇੱਕ ਟੈਰੀਟਰੀ, ਇੱਕ ਬਾਰਡਰ ਸੀਗਾ ਅੰਗਰੇਜ਼ਾਂ ਦਾ ਰਾਜ ਦਾ ਅਤੇ ਸਿੰਘਾਂ ਦੇ ਰਾਜ ਦਾ, ਸਤਲੁਜ ਦਰਿਆ। ਅੰਗਰੇਜ਼ਾਂ ਨੇ ਵੀ ਇਹ ਸੰਧੀ ਇਸ ਕਰਕੇ ਕੀਤੀ ਕਿ ਉਹ ਅਫਗਾਨਿਸਤਾਨ ਤੋਂ ਕਈ ਤੁਸੀਂ ਮੈਪ ਕੱਢ ਕੇ ਦੇਖਿਓ, ਅਫਗਾਨਿਸਤਾਨ ਦੇ ਵਿੱਚ ਜੋ ਅਫਗਾਨੀ ਹਮਲਿਆਂ ਤੋਂ ਬਚਣ ਦੇ ਲਈ ਉਹਨਾਂ ਨੇ ਸੋਚਿਆ ਕਿ ਅਸੀਂ ਪੰਗਾ ਨਹੀਂ ਲੈਣਾ, ਅਸੀਂ ਸਿੱਖਾਂ ਨੂੰ ਗੱਬੇ ਲੈ ਲਿਆ। ਸੋ ਸਿੱਖ ਰਾਜ ਦਾ ਇੱਕ ਬਾਰਡਰ ਲੱਗਦਾ ਸੀਗਾ ਅਫਗਾਨਿਸਤਾਨ ਦੇ ਨਾਲ ਅਤੇ ਦੂਜਾ ਲੱਗਦਾ ਸੀਗਾ ਸਤਲੁਜ ਪਾਰ ਅੰਗਰੇਜ਼ਾਂ ਦੇ ਨਾਲ। ਅੱਛਾ ਬੇਟੇ ਥੋੜ੍ਹਾ ਪੜ੍ਹਦੇ ਹਾਂ। ਸ਼ਾਹ ਮੁਹੰਮਦ ਦਾ ਜਨਮ ਪਿੰਡ ਵਡਾਲਾ ਵੀਰਮ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸ਼ਾਹ ਮੁਹੰਮਦ ਦੀਆਂ ਦੋ ਰਚਨਾਵਾਂ ਮਿਲਦੀਆਂ ਹਨ, ਕਿੱਸਾ ਸੱਸੀ ਪੁੰਨੂ, ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ। ਬੇਟੇ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਵਿੱਚੋਂ ਕੁਐਸਚਨ ਆਉਂਦੇ ਆ। ਇੱਕ ਕੁਐਸਚਨ ਆਇਆ ਕਿ ਇੱਕ ਪ੍ਰਸੰਗ ਵਿਆਖਿਆ ਆਈ ਇਹਦੇ ਵਿੱਚੋਂ ਅਤੇ ਬੱਚੇ ਗਲਤੀ ਦੇ ਨਾਲ ਉਹਨੂੰ ਚੰਡੀ ਦੀ ਵਾਰ ਵਿੱਚੋਂ ਆਇਆ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਰਿਲੇਟ ਕਰਕੇ ਪੇਪਰ ਵਿੱਚ ਲਿਖਾ ਹੈ, ਜਦ ਕਿ ਇਹਦੇ ਵਿੱਚ ਤੁਹਾਨੂੰ ਫ਼ਰਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਫ਼ਰਕ ਦੇ ਲਈ ਤੁਹਾਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ, ਇਹਨੂੰ ਧਿਆਨ ਨਾਲ ਪੜ੍ਹਨਾ। ਬੇਟੇ ਉਸ ਅੱਗੇ ਪੜ੍ਹਦੇ ਅਗਲਾ ਪੈਰਾ। ਉਸਨੇ ਪੰਜਾਬ ਦੇਸ਼ ਨੂੰ ਪਿਆਰ ਕਰਨ ਵਾਲੇ ਕਵੀ ਵਜੋਂ ਜੰਗਨਾਮਾ ਲਿਖਿਆ। ਉਹ ਪੰਜਾਬ ਨੂੰ ਬਹੁਤ ਪਿਆਰ ਕਰਦਾ ਸੀ। ਇਸ ਜੰਗਨਾਮੇ ਵਿੱਚ ਸਿੰਘਾਂ ਦੀ ਹਾਰ ਨੂੰ ਵਿਖਾਉਂਦਿਆਂ ਵੀ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਬੜੇ ਭਾਵਪੂਰਤ ਢੰਗ ਨਾਲ ਕੀਤਾ ਗਿਆ ਹੈ। ਜੰਗਨਾਮਾ ਸ਼ਾਹ ਮੁਹੰਮਦ ਦੀ ਇਹ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ, ਜਿਹੜੀ ਲੋਕਪ੍ਰਿਯ ਹੋਈ। ਜਿਸ ਸੰਖੇਪਤਾ ਨਾਲ ਇਤਿਹਾਸਕ ਤੱਥਾਂ ਨੂੰ ਕਾਵਿ ਛੰਦ ਵਿੱਚ ਪੇਸ਼ ਕੀਤਾ ਹੈ, ਉਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਇਸ ਜੰਗਨਾਮੇ ਵਿੱਚ ਕਵੀ ਦਾ ਪੰਜਾਬ ਲਈ ਦਰਦ ਉਜਾਗਰ ਹੁੰਦਾ ਹੈ। ਬੇਟੇ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਇੱਕ ਸਿੰਘਾਂ ਅਤੇ ਅੰਗਰੇਜ਼ਾਂ ਦੀ ਲੜਾਈ ਦਾ ਵਰਣਨ ਹੈ। ਇਹਦੇ ਲਈ ਤੁਹਾਨੂੰ ਥੋੜ੍ਹਾ ਪਿੱਛੇ ਜਾਣਾ ਪਏਗਾ। ਬੇਟੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ੁਰੂ ਹੋਇਆ ਅਤੇ 1839 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ। ਜਿਉਂ ਤੱਕ ਉਹ ਜਿੰਦਾ ਰਿਹਾ, ਪੰਜਾਬ ਵੱਲ ਕੋਈ ਅੱਖ ਵੀ ਤੱਕ ਕੇ ਨਹੀਂ ਦੇਖ ਸਕਿਆ। ਉਹਦੇ ਬਾਅਦ ਜਦੋਂ ਉਹ ਮਰਿਆ ਅਤੇ ਜਿਹੜਾ ਉਹਦਾ ਰਾਜ ਸੀਗਾ, ਉਹਦੇ ਦਰਬਾਰ ਦੇ ਵਿੱਚ ਉਹਦੀਆਂ ਰਾਣੀਆਂ, ਉਹਦੇ ਪੁੱਤਰ, ਉਹਦੇ ਸੈਨਾਪਤੀ, ਉਹ ਇੰਨਾ ਬੁਰਾ ਹਾਲ ਹੋ ਗਿਆ ਕਿ 2-3 ਸਾਲ ਦੇ ਅੰਦਰ ਹੀ ਸਾਰੇ ਹੀ ਆਪਸ ਵਿੱਚ ਹੀ ਲੜ ਕੇ ਕੋਇਆਂ ਦੀ ਕਤਲ ਹੋ ਗਿਆ, ਕਿਸੇ ਨੂੰ ਮਾਰ ਦਿੱਤਾ ਗਿਆ, ਇੱਦਾਂ ਹੀ ਕਰਕੇ ਕਿਸੇ ਨੂੰ ਭਜਾ ਦਿੱਤਾ ਗਿਆ। ਸੋ ਇੱਦਾਂ ਹੀ ਸਾਰੇ ਆਪਸ ਵਿੱਚ ਹੀ ਲੜ ਮੁੱਕ ਕੇ ਖਤਮ ਹੋ ਗਏ। ਬਹੁਤ ਘੱਟ ਰਹਿ ਗਏ। ਸੋ ਅੰਗਰੇਜ਼ਾਂ ਨੇ ਇਸ ਸਥਿਤੀ ਦਾ ਫਾਇਦਾ ਉਠਾਇਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਚੁੱਕੀ ਹੈ ਅਤੇ ਬਾਅਦ ਵਿੱਚ ਜਿਹੜਾ ਸਿੱਖ ਦਰਬਾਰ ਹੈ ਉਹਦੇ ਵਿੱਚ ਸਾਰੇ ਜਿਹੜੇ ਮੇਨ ਬੰਦੇ ਸੀਗੇ, ਮੰਤਰੀ ਉਹ ਆਪਸ ਵਿੱਚ ਹੀ ਲੜ ਕੇ
ਮੰਤਰੀ, ਰਾਜਕੁਮਾਰ, ਰਾਣੀਆਂ, ਉਹ ਸਾਰੇ ਆਪਸ ਵਿੱਚ ਲੜ ਕੇ ਮਾਰ ਰਹੇ ਆ। ਸੋ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਕਿ ਆਪਾਂ ਸਿੱਖਾਂ ਨੂੰ ਵੀ ਹੁਣ ਆਪਣੇ ਰਾਜ ਵਿੱਚ ਮਿਲਾ ਲਈਏ। ਅਤੇ ਉਹਨਾਂ ਨੇ ਫਿਰ 1845 ਈਸਵੀ ਦੇ ਵਿੱਚ, ਮਤਲਬ ਕਿ 1839 ਦੇ ਵਿੱਚ ਡੈਥ ਹੋਈ। 6 ਸਾਲ ਦੇ ਬਾਅਦ 1845 ਈਸਵੀ ਦੇ ਵਿੱਚ ਸਿੱਖਾਂ ਦੇ ਨਾਲ ਪਹਿਲਾ ਯੁੱਧ ਹੋਇਆ। ਜਿਹੜੇ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ 2 ਯੁੱਧ ਕੀਤੇ। ਉਹਨਾਂ ਨੂੰ ਯੁੱਧਾਂ ਨੂੰ ਕਿਹਾ ਜਾਂਦਾ ਹੈ, ਪਹਿਲੇ ਯੁੱਧ ਨੂੰ ਕਿਹਾ ਜਾਂਦਾ ਹੈ ਫਸਟ ਐਂਗਲੋ ਸਿੱਖ ਵਾਰ ਜਾਂ ਪਹਿਲਾ ਐਂਗਲੋ ਸਿੱਖ ਯੁੱਧ, ਜਿਹੜਾ ਕਿ 1845 ਤੋਂ 46 ਤੱਕ ਹੋਇਆ, ਭਾਵ ਕਿ ਸਰਦੀਆਂ ਦੇ ਵਿੱਚ ਹੋਇਆ, ਦਸੰਬਰ ਤੋਂ ਜਨਵਰੀ ਦੇ ਵਿੱਚ 1845-46। ਉਹਦੇ ਬਾਅਦ ਬੇਟੇ ਬਾਅਦ ਵਿੱਚ ਇਹ ਯੁੱਧ ਅੰਗਰੇਜ਼ ਜਿੱਤ ਗਏ ਸੀਗੇ। ਜਿੱਤੇ ਇਸ ਕਰਕੇ ਸੀਗੇ ਕਿ ਸਿੱਖਾਂ ਦੇ 2 ਸੈਨਾਪਤੀ ਸੀਗੇ, ਲਾਲ ਸਿੰਘ ਅਤੇ ਤੇਜਾ ਸਿੰਘ। ਉਹਨਾਂ ਦੋਨਾਂ ਨੇ ਸਿੱਖ ਫੌਜ ਦੇ ਨਾਲ ਗੱਦਾਰੀ ਕੀਤੀ ਅਤੇ ਉਹ ਅੰਦਰੋਂ ਅੰਦਰ ਹੀ ਸਿੱਖਾਂ ਦੇ ਨਾਲ ਜਾ ਕੇ ਮਿਲ ਗਏ ਸੀਗੇ। ਇਸ ਕਰਕੇ ਸਿੱਖ ਫੌਜ ਹਾਰ ਗਈ। ਬੇਟੇ ਹਾਰ ਤੇ ਗਏ, ਪਰ ਅੰਗਰੇਜ਼ਾਂ ਨੇ ਮਤਲਬ ਕਬਜ਼ਾ ਨਹੀਂ ਕੀਤਾ ਪੰਜਾਬ 'ਤੇ। ਉਹਨਾਂ ਨੇ ਆਪਣਾ ਇੱਕ ਬੰਦਾ ਬਿਠਾ ਦਿੱਤਾ ਮਤਲਬ ਸਿੱਖ ਦਰਬਾਰ ਦੇ ਵਿੱਚ, ਜਿਹੜਾ ਕਿ ਸਾਰੇ ਫੈਸਲੇ ਲੈਂਦਾ ਸੀਗਾ, ਅਤੇ ਅੰਗਰੇਜ਼ੀ ਰਾਜ ਦੇ ਵਿੱਚ ਉਹਨੂੰ ਕਿਹਾ ਜਾਂਦਾ ਸੀਗਾ ਰੈਜ਼ੀਡੈਂਟ। ਉਹਨੂੰ ਕਹਿੰਦੇ ਬ੍ਰਿਟਿਸ਼ ਰੈਜ਼ੀਡੈਂਸ ਰੱਖਿਆ ਗਿਆ, ਕਿ ਦਰਬਾਰ ਦੇ ਵਿੱਚ ਹੀ ਰਹੇਗਾ ਅਤੇ ਉਹਨਾਂ ਅੰਗਰੇਜ਼ਾਂ ਦਾ ਫੈਸਲਾ ਉਹਦਾ ਹੀ ਚੱਲੇਗਾ, ਭਾਵੇਂ ਜਿਹੜਾ ਮਰਜ਼ੀ ਰਾਜਾ ਹੋਵੇ, ਫੈਸਲਾ ਉਹਦਾ ਚੱਲੇਗਾ, ਜੋ ਉਹ ਕਹੇਗਾ ਉਹ ਹੋਏਗਾ। ਇਸ ਤਰ੍ਹਾਂ ਇਨਡਾਇਰੈਕਟਲੀ ਪਹਿਲੀ ਯੁੱਧ ਦੇ ਵਿੱਚ ਉਹਨਾਂ ਅੰਗਰੇਜ਼ਾਂ ਦਾ ਮਤਲਬ ਹੋ ਗਿਆ ਸੀਗਾ ਰਾਜ ਪੰਜਾਬ 'ਤੇ ਅਧਿਕਾਰ ਹੋ ਗਿਆ ਸੀਗਾ ਇਨਡਾਇਰੈਕਟਲੀ, ਮਤਲਬ ਕਿ ਅੰਗਰੇਜ਼ਾਂ ਨੇ ਸਿੱਧਾ ਪੰਜਾਬ ਨੂੰ ਆਪਣੇ ਅੰਡਰ ਨਹੀਂ ਕੀਤਾ। ਉਹਨਾਂ ਨੇ ਆਪਣਾ ਇੱਕ ਬੰਦਾ ਬਿਠਾ ਦਿੱਤਾ ਅੰਗਰੇਜ਼ੀ ਸਿੱਖ ਦਰਬਾਰ ਦੇ ਵਿੱਚ, ਕਿ ਤੁਸੀਂ ਕਿਉਂਕਿ ਹਾਰ ਚੁੱਕੇ ਹੋ, ਤੁਹਾਨੂੰ ਸਾਡੇ ਇਸ ਬੰਦੇ ਦੀ ਗੱਲ ਮੰਨਣੀ ਪਏਗੀ, ਅਤੇ ਇਹ ਬੰਦਾ ਜਿਹੜਾ ਕਿ ਅੰਗਰੇਜ਼ ਹੋਏਗਾ, ਅੰਗਰੇਜ਼ ਉਹੀ ਗੱਲ ਕਹੇਗਾ ਜੋ ਅੰਗਰੇਜ਼ੀ ਸਰਕਾਰ ਉਹਨੂੰ ਕਹੇਗੀ। ਸੋ ਬੇਟੇ ਜਿਹੜੇ ਸਿੱਖ ਕਾਬੂ ਨਹੀਂ ਸੀ ਆਉਂਦੇ, ਅਤੇ ਫਿਰ ਉਹਨਾਂ ਨੇ ਕੋਸ਼ਿਸ਼ ਕੀਤਾ ਕਿ 1848 49 ਦੇ ਵਿੱਚ ਅੰਗਰੇਜ਼ਾਂ ਅਤੇ ਸਿੰਘਾਂ ਦੇ ਦੂਜਾ ਯੁੱਧ ਹੋਇਆ। ਦੂਜਾ ਯੁੱਧ 1848 ਅਤੇ 49, ਭਾਵ ਉਹੀ ਗੱਲ ਆ ਗਈ, ਸਰਦੀਆਂ ਦਸੰਬਰ ਜਨਵਰੀ ਦੇ ਦੌਰਾਨ ਹੋਇਆ। ਇਸ ਯੁੱਧ ਦੇ ਸਿੱਟੇ ਨਿਕਲੇ ਕਿ ਇਸ ਯੁੱਧ ਦੇ ਵਿੱਚ ਸਿੱਖ ਫਿਰ ਇੱਕ ਵਾਰ ਹਾਰ ਗਏ, ਅਤੇ ਅੰਗਰੇਜ਼ਾਂ ਨੇ ਪੱਕੇ ਤੌਰ 'ਤੇ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਸੋ ਬੇਟਾ ਜੀ, ਇਹ ਜਿਹੜਾ ਯੁੱਧ ਦਾ ਵਰਣਨ ਹੈ ਨਾ, ਇਹ ਪਹਿਲੇ ਐਂਗਲੋ ਸਿੱਖ ਯੁੱਧ ਦਾ ਵਰਣਨ ਸ਼ਾਹ ਮੁਹੰਮਦ ਨੇ ਕੀਤਾ ਹੈ। ਸੋ ਤੁਹਾਨੂੰ ਇੱਕ ਹੋਰ ਗੱਲ ਜਾਣਨੀ ਬਹੁਤ ਜ਼ਰੂਰੀ ਹੈ ਇਸ ਤੋਂ ਪਹਿਲਾਂ, ਕਿ ਜਿਹੜਾ ਅੰਗਰੇਜ਼ੀ ਸੈਨਾ ਸੀ ਅਤੇ ਇੱਕ ਪਾਸੇ ਸਿੰਘਾਂ ਦੀ ਸੈਨਾ ਸੀ। ਅੰਗਰੇਜ਼ੀ ਸੈਨਾ ਦੀ ਅਗਵਾਈ ਕਰਦਾ ਪਿਆ ਸੀ ਲਾਰਡ ਹਾਰਡਿੰਗ, ਅਤੇ ਸਿੰਘਾਂ ਦੀ ਸੈਨਾ ਦੀ ਅਗਵਾਈ ਕਰਦੇ ਹੋਏ ਸੀ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਲਾਲ ਸਿੰਘ ਅਤੇ ਤੇਜਾ ਸਿੰਘ ਸੈਨਾਪਤੀ ਸੀ ਦੋਨੋਂ, ਜਿਨ੍ਹਾਂ ਨੇ ਬਾਅਦ 'ਚ ਸਿੱਖ ਫੌਜ ਨੂੰ ਦਗਾ ਦਿੱਤਾ, ਧੋਖਾ ਦਿੱਤਾ, ਗੱਦਾਰੀ ਕੀਤੀ। ਸੋ ਲਾਰਡ ਹਾਰਡਿੰਗ ਦਾ ਜ਼ਿਕਰ ਆਉਂਦਾ ਹੈ ਇਸ ਜੰਗਨਾਮੇ ਵਿੱਚ, ਸ਼ਾਹ ਮੁਹੰਮਦ ਨੇ ਕੀਤਾ ਹੈ। ਸੋ ਬੇਟੇ ਇਹ ਗੱਲਾਂ ਤੁਹਾਨੂੰ ਜਾਣਨੀਆਂ ਬਹੁਤ ਜ਼ਰੂਰੀ ਸਨ। ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਕਿ ਤੁਸੀਂ ਆਪਣੇ ਗੂਗਲ ਦੇ ਵਿੱਚ ਜਾਇਓ। ਗੂਗਲ ਦੇ ਵਿੱਚ ਬੇਟਾ ਜਿੱਦਾਂ ਮੈਂ ਇੱਥੇ ਦੇਖਿਓ, ਮੈਂ ਗੂਗਲ ਹੈ, ਗੂਗਲ ਦੇ ਵਿੱਚ ਜਾ ਕੇ ਮੈਂ ਇੱਥੇ ਤੁਸੀਂ ਟਾਈਪ ਕਰਨਾ ਪਹਿਲਾ ਸਿੱਖ ਯੁੱਧ, ਜਿੱਦਾਂ ਕਿ ਮੈਂ ਇੱਥੇ ਪੰਜਾਬੀ ਵਿੱਚ ਯੁੱਧ ਕੀਤਾ, ਪਹਿਲਾ ਸਿੱਖ ਯੁੱਧ ਟਾਈਪ ਕੀਤਾ, ਅਤੇ ਬੇਟਾ ਇਹ ਇੱਥੇ ਆ ਜਾਣਾ ਵਾ, ਇੱਥੇ ਥੱਲੇ ਆ ਜਾਣਾ ਵਾ, ਪਹਿਲੇ ਸਿੱਖ ਯੁੱਧ ਬਾਰੇ ਆ ਜਾਣਾ। ਮੈਂ ਫਲਾਈਟ ਮੋਡ ਔਨ ਕੀਤਾ ਹੈ ਤਾਂ ਕਿ ਮੈਨੂੰ ਕੋਈ ਡਿਸਟਰਬੈਂਸ ਨਾ ਹੋਵੇ। ਤੁਸੀਂ ਐਂਗਲੋ ਸਿੱਖ ਯੁੱਧ ਬਾਰੇ ਜਿੰਨਾ ਵੀ ਚਾਹੋ ਤੁਸੀਂ ਪਹਿਲੇ ਐਂਗਲੋ ਸਿੱਖ ਯੁੱਧ ਬਾਰੇ ਪੜ੍ਹ ਸਕਦੇ ਹੋ। ਇਹ ਯੁੱਧ ਹੋਇਆ ਵੀ ਫਿਰੋਜ਼ਪੁਰ ਦੇ ਆਸ-ਪਾਸ ਸੀਗਾ। ਸੋ ਬੇਟੇ ਇਹ ਤੁਸੀਂ ਪੜ੍ਹਨਾ ਵਾ ਪਹਿਲੇ ਐਂਗਲੋ ਸਿੱਖ ਯੁੱਧ ਬਾਰੇ। ਹੁਣ ਅਸੀਂ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਪੜ੍ਹਦੇ ਹਾਂ, ਤਾਂ ਕਿ ਇੰਨਾ ਕੁਝ ਸੁਣਨ ਦੇ ਬਾਅਦ ਤੁਹਾਨੂੰ ਹੁਣ ਜਦੋਂ ਅਸੀਂ ਪੜ੍ਹਾਂਗੇ ਤਾਂ ਤੁਹਾਨੂੰ ਸਮਝ ਆਏਗੀ ਕਿ ਹਾਂ ਮਤਲਬ ਕੀ ਕਿੱਦਾਂ ਆਪਾਂ ਪੜ੍ਹਨਾ, ਤੁਹਾਨੂੰ ਸਮਝ ਆਏਗੀ ਕੀ ਪੜ੍ਹਿਆ ਜਾ ਰਿਹਾ। ਸੋ ਬੇਟੇ ਸ਼ੁਰੂ ਕਰਦੇ ਹਾਂ ਅਸਲੀ ਦੇ ਵਿੱਚ। ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ। ਸਿੰਘਾਂ ਦਾ ਪਹਿਲਾ ਇਹ ਆ ਗਿਆ, ਛੋਟਾ ਸਿਰਲੇਖ ਆ ਗਿਆ।
ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ। ਗੁਰਮਤਾ ਬੇਟੇ ਗੁਰੂ ਦੀ ਹਾਜ਼ਰੀ ਦੇ ਵਿੱਚ ਪਾਸ ਕੀਤਾ ਗਿਆ ਮਤਾ। ਗੁਰੂ ਦੇ ਹਾਜ਼ਰੀ ਮਤਾ ਮਤਲਬ ਫੈਸਲਾ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਪਾਸ ਕੀਤਾ ਗਿਆ ਮਤਾ। ਪਹਿਲੇ ਜ਼ਮਾਨੇ ਵਿੱਚ ਅਗਰ ਸਾਰੀ ਸਿੱਖ ਕੌਮ ਦੀ ਗੱਲ ਕਰਦੇ ਸੀਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਜੋ ਵੀ ਫੈਸਲਾ ਲਿਆ ਜਾਂਦਾ ਸੀ ਉਹਨੂੰ ਉੱਤਮ ਮੰਨਿਆ ਜਾਂਦਾ ਸੀਗਾ। ਸੋ ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ, ਚਲੋ ਹੁਣੇ ਫਰੰਗੀ ਨੂੰ ਮਾਰੀਏ ਜੀ, ਫਰੰਗੀ ਨੂੰ, ਅੰਗਰੇਜ਼ਾਂ ਨੂੰ। ਬੇਟੇ ਇੱਕ ਗੱਲ ਹੈ ਕਿ ਅੰਗਰੇਜ਼ ਸਿੱਖ ਸੈਨਾ ਬੜੀ ਪਾਵਰਫੁਲ ਸੀ ਅਤੇ ਉਹ ਅੰਗਰੇਜ਼ਾਂ ਨੂੰ ਕੁਛ ਸਮਝਦੇ ਨਹੀਂ ਸੀਗੇ। ਉਹਨਾਂ ਨੇ ਦੇਖਿਆ ਸੀਗਾ ਕਿ ਅੰਗਰੇਜ਼ਾਂ ਦਾ ਰਾਜ ਸਾਰੇ ਭਾਰਤ 'ਤੇ ਹੋ ਗਿਆ, ਪਰ ਸਾਡੇ 'ਤੇ ਅਧਿਕਾਰ ਨਹੀਂ ਕਰ ਸਕੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ। ਮਹਾਰਾਜਾ ਰਣਜੀਤ ਸਿੰਘ ਨੇ ਦੇ ਹੁੰਦਿਆਂ ਅੰਗਰੇਜ਼ ਸੈਨਾ ਪੰਜਾਬ ਵੱਲ ਦੇਖ ਵੀ ਨਾ ਸਕੀ। ਸੋ ਸਿੰਘਾਂ ਨੂੰ ਉਹਨਾਂ ਦੀ ਤਾਕਤ ਦਾ ਅੰਦਾਜ਼ਾ ਤੇ ਸੀਗਾ, ਪਰ ਉਹ ਕਹਿੰਦੇ ਸੀਗੇ ਕਿ ਅਸੀਂ ਅੰਗਰੇਜ਼ਾਂ ਨੂੰ ਬਿਲਕੁਲ ਹਰਾ ਸਕਦੇ, ਕੋਈ ਵੱਡੀ ਗੱਲ ਨਹੀਂ ਹੈਗੀ। ਹਰਾ ਵੀ ਸਕਦੇ ਸੀ, ਮਤਲਬ ਕੋਈ ਗੱਲ ਨਹੀਂ ਸੀ, ਕਿਉਂਕਿ ਪਰ ਜੇ ਆਪਣੇ ਹੀ ਬੰਦੇ ਧੋਖਾ ਨਾ ਦਿੰਦੇ, ਲਾਲ ਸਿੰਘ ਤੇ ਤੇਜਾ ਸਿੰਘ। ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ, ਚਲੋ ਹੁਣੇ ਫਰੰਗੀ ਨੂੰ ਮਾਰੀਏ ਜੀ। ਸਾਰੇ ਸਿੰਘਾਂ ਨੇ ਮੇਨ ਜਿਹੜੇ ਸੀਗੇ ਸਰਦਾਰ, ਉਹਨਾਂ ਨੇ ਬੈਠ ਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਫੈਸਲਾ ਲਿਆ ਕਿ ਚਲੋ ਅੰਗਰੇਜ਼ਾਂ ਦੇ ਉੱਤੇ ਹੁਣੇ ਹਮਲਾ ਕਰੀਏ। ਇੱਕ ਵਾਰ ਜੇ ਸਾਹਮਣੇ ਹੋਏ ਸਾਡੇ, ਇੱਕ ਘੜੀ ਵਿੱਚ ਮਾਰ ਉਖਾੜੀਏ ਜੀ। ਜੇ ਅੰਗਰੇਜ਼ ਸਾਡੇ ਇੱਕ ਵਾਰ ਸਾਹਮਣੇ ਆ ਜਾਣ ਤਾਂ ਅਸੀਂ ਇੱਕ ਘੜੀ ਦੇ ਵਿੱਚ ਉਹਨਾਂ ਨੂੰ ਮਾਰ ਕੇ ਉਖਾੜ ਦੇਵਾਂਗੇ। ਵੀਰ ਸਿੰਘ ਜੇ ਅਸੀਂ ਨਹੀਂ ਛੱਡੇ, ਅਸੀਂ ਕਾਸ ਤੇ ਉਸ ਤੋਂ ਹਾਰੀਏ ਜੀ। ਬੇਟੇ ਵੀਰ ਸਿੰਘ ਪੰਜਾਬੀ ਸੈਨਾ ਦੇ ਵਿੱਚ ਕੋਈ ਗੱਦਾਰ ਹੋਏਗਾ ਜਿਹਨੇ ਸਿੱਖਾਂ ਨਾਲ ਪੰਗਾ ਲਿਆ ਹੋਏਗਾ, ਸੋ ਉਹ ਗੱਲ ਕਹੀ ਜਾ ਰਹੀ ਕਿ ਅਸੀਂ ਵੀਰ ਸਿੰਘ ਵਰਗੇ ਗੱਦਾਰ ਨੂੰ ਵੀ ਨਹੀਂ ਛੱਡਿਆ। ਸੋ ਅਸੀਂ ਜਿਹੜਾ ਕਿ ਬਹੁਤ ਪਾਵਰਫੁਲ ਹੋਏਗਾ, ਜਿਹਨੂੰ ਮਤਲਬ ਵੀਰ ਸਿੰਘ ਨੂੰ ਹਰਾਇਆ ਸਿੱਖਾਂ ਨੇ। ਸੋ ਉਹ ਕਹਿੰਦੇ ਸੀ ਅਸੀਂ ਵੀਰ ਸਿੰਘ ਜੇ ਨਹੀਂ ਛੱਡੇ ਤੇ ਅਸੀਂ ਅੰਗਰੇਜ਼ਾਂ ਤੋਂ ਕਿੱਦਾਂ ਹਾਰ ਸਕਦੇ ਹਾਂ। ਅਸੀਂ ਕਾਸ ਤੇ ਉਸ ਤੋਂ ਹਾਰੀਏ ਜੀ। ਕਾਸ ਤੇ ਕਿਉਂ ਉਸ ਤੋਂ ਮਤਲਬ ਅੰਗਰੇਜ਼ਾਂ ਤੋਂ ਹਾਰੀਏ ਜੀ। ਤੁਸੀਂ ਅਗਰ ਆਪਣੀ ਪੈਨ ਕਾਪੀ ਲੈ ਕੇ ਬੇਟੇ ਮਤਲਬ ਕੌਮੇ ਲਾ ਕੇ ਜੇ ਮੀਨਿੰਗ ਲਿਖ ਕੇ ਪੜ੍ਹੋਗੇ ਸੋ ਤੁਹਾਨੂੰ ਵੱਧ ਸਮਝ ਆਏਗੀ। ਮੈਂ ਵੀਰ ਸਿੰਘ ਬਾਰੇ ਸਰਚ ਕਰਾਂਗਾ, ਹੋਰ ਤੁਹਾਡੇ ਨਾਲ ਹੋਰ ਸ਼ੇਅਰ ਕਰੂੰਗਾ। ਸ਼ਾਹ ਮੁਹੰਮਦ ਦਾ ਮਾਰ ਕੇ ਲੁਧਿਆਣਾ। ਸ਼ਾਹ ਮੁਹੰਮਦ ਕਹਿੰਦਾ ਹੈ ਕਿ ਸਿੰਘਾਂ ਨੇ ਕਿਹਾ ਕਿ ਅਸੀਂ ਲੁਧਿਆਣੇ ਨੂੰ ਜਿੱਤ ਕੇ ਆਪਣੀਆਂ ਫੌਜਾਂ ਦਿੱਲੀ ਦੇ ਵਿੱਚ ਉਤਾਰਾਂਗੇ। ਬੇਟੇ ਸਤਲੁਜ ਤੋਂ ਪਾਰ ਲੁਧਿਆਣਾ ਆਉਂਦਾ। ਸੋ ਕਿਉਂਕਿ ਸਤਲੁਜ ਦਾ ਜਿਹੜਾ ਸੀਗਾ ਉਹ ਬਾਰਡਰ ਸੀਗਾ, ਸੋ ਬਾਰਡਰ ਪਾਰ ਕਰਕੇ ਲੁਧਿਆਣਾ ਆਉਂਦਾ ਹੈ ਅਤੇ ਸਿੰਘਾਂ ਫੌਜਾਂ ਕਹਿੰਦੀਆਂ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈ ਕਿ ਅਸੀਂ ਸਤਲੁਜ ਪਾਰ ਕਰਕੇ ਲੁਧਿਆਣੇ ਦੇ ਉੱਪਰ ਆਪਣਾ ਅਧਿਕਾਰ ਕਰ ਲੈਣਾ ਅਤੇ ਆਪਣੀਆਂ ਫੌਜਾਂ ਦਿੱਲੀ ਦੇ ਵਿੱਚ ਉਤਾਰ ਦੇਣੀਆਂ। ਭਾਵ ਫੌਜਾਂ ਦਿੱਲੀ ਦੇ ਵਿੱਚ ਉਤਾਰਨ ਦਾ ਮਤਲਬ ਇਹ ਹੈ ਕਿ ਦਿੱਲੀ ਨੂੰ ਜਿੱਤ ਲੈਣਾ, ਦਿੱਲੀ ਉੱਪਰ ਅਧਿਕਾਰ ਕਰ ਲੈਣਾ। ਸੋ ਬੇਟੇ ਇਹ ਪਹਿਲਾ ਸੁਪਨਾ ਪੈਰਾ ਸੀਗਾ ਸਿੰਘਾਂ ਦਾ ਜੰਗ ਲਈ ਗੁਰਮਤਾ, ਜਿਹਦੇ ਵਿੱਚ ਸਿੰਘਾਂ ਨੇ ਬੈਠ ਕੇ ਸਾਰਿਆਂ ਨੇ ਇਹ ਮਤਾ ਪਾਸ ਕੀਤਾ ਕਿ ਅਸੀਂ ਅੰਗਰੇਜ਼ਾਂ ਉੱਪਰ ਹਮਲਾ ਕਰਨਾ ਹੈ। ਸੋ ਬੇਟੇ ਆਹ ਦੇਖੋ ਤੁਸੀਂ, ਇਹ 56ਵਾਂ ਪੈਰਾ ਹੈ। ਅਸਲੀ ਜਿਹੜਾ ਕੋਈ ਬੁੱਕ ਹੋਏਗੀ ਉਹਦਾ 56ਵਾਂ ਪੈਰਾ ਸਾਨੂੰ ਆਇਆ ਹੈ। ਸੋ ਅੱਗੇ ਬੇਟੇ ਪੜ੍ਹਦੇ ਹਾਂ ਆਪਾਂ। ਅਗਲਾ ਪੈਰਾ ਹੈਗਾ ਵਾ ਸਿੰਘਾਂ ਦੀ ਚੜ੍ਹਤ। ਸੋ ਬੇਟੇ ਸਿੰਘਾਂ ਦੀ ਚੜ੍ਹਤ ਭਾਵ ਕਿ ਸਿੰਘਾਂ ਨੇ ਚੜ੍ਹਾਈ ਕੀਤੀ, ਭਾਵ ਹਮਲਾ ਕੀਤਾ। ਹਮਲਾ ਜਿਹੜਾ ਹੋਇਆ ਉਹਦੇ ਬਾਰੇ ਸ਼ਾਹ ਮੁਹੰਮਦ ਨੇ ਬਿਆਨ ਕੀਤਾ ਹੈ। ਧੌਂਸਾ ਵੱਜਿਆ, ਕੂਚ ਦਾ ਹੁਕਮ ਹੋਇਆ। ਬੇਟੇ ਧੌਂਸਾ ਫਿਰ ਉਹੀ ਨਗਾਰਾ ਵੱਜਿਆ ਅਤੇ ਕੂਚ ਦਾ ਹੁਕਮ ਹੋਇਆ। ਕੂਚ ਮੈਨੇ ਤੁਰਨ ਦਾ ਹੁਕਮ ਹੋਇਆ। ਅਤੇ ਫਿਰ ਜਦੋਂ ਹੁਕਮ ਹੋਇਆ ਅਤੇ ਫਿਰ ਸਾਰੇ ਸਿੱਖ ਸੂਰਮੇ ਸੀਗੇ। ਜਿਹੜੇ ਸੂਰਮੇ ਸਿੰਘ ਦਲੇਰ ਮੀਆਂ, ਜਿਹੜੇ ਸਿੰਘ ਬਹੁਤ ਦਲੇਰ ਸੀਗੇ, ਜਿਹੜੇ ਸ਼ੇਰ ਸੂਰਮੇ ਬਹਾਦਰ ਸੀਗੇ, ਉਹ ਆਪਣੇ ਆਪਣੇ ਘੋੜਿਆਂ ਉੱਪਰ ਚੜ੍ਹ ਗਏ ਅਤੇ ਉਹ ਲੜਾਈ ਲਈ ਤੁਰ ਪਏ। ਚੜ੍ਹੇ ਪੁੱਤਰ ਸਰਦਾਰਾਂ ਦੇ ਛੈਲ ਬਾਂਕੇ। ਅਤੇ
ਤੇ ਸਰਦਾਰਾਂ ਦੇ ਪੁੱਤਰ ਜਿਹੜੇ ਕਿ ਬਹੁਤ ਸ਼ੈਲ ਬਾਂਕੇ ਸਨ, ਭਾਵ ਕਿ ਬਹੁਤ ਜਵਾਨ ਸਨ, ਸੋਹਣੇ ਸਨ, ਉਹ ਵੀ ਲੜਾਈ ਦੇ ਵਿੱਚ ਸੈਨਾ ਦੇ ਵਿੱਚ ਅੰਗਰੇਜ਼ਾਂ 'ਤੇ ਹਮਲੇ ਕਰਨ ਲਈ ਤੁਰ ਪਏ। ਉਹ ਚੜ੍ਹੇ ਦੂਜੀ ਲਾਈਨ ਫੇਰ ਪੜ੍ਹਿਓ ਆ ਵਾਲੀ। ਚੜ੍ਹੇ ਪੁੱਤਰ ਸਰਦਾਰਾਂ ਦੇ ਛੈਲ ਬਾਂਕੇ, ਅੱਗੇ ਦੇਖੋ ਕੌਮਾ ਹੈ, ਆ ਦੇਖੋ, ਸੋ ਕੌਮਾ ਇਹਦਾ ਮਤਲਬ ਅਗਲੀ ਲਾਈਨ ਵੀ ਨਾਲ ਹੀ ਹੈ ਇਹਦੇ। ਚੜ੍ਹੇ ਪੁੱਤਰ ਸਰਦਾਰਾਂ ਦੇ ਛੈਲ ਬਾਂਕੇ, ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ। ਤੇ ਪੁੱਤਰ ਸਰਦਾਰਾਂ ਦੇ ਜਵਾਨ ਸੋਹਣੇ ਐਦਾਂ ਨਿਕਲੇ, ਇੱਦਾਂ ਚੜ੍ਹ ਕੇ ਤੁਰੇ ਜਿੱਦਾਂ ਕਿ ਬੇਲਿਓਂ ਨਿਕਲਦੇ ਸ਼ੇਰ ਮੀਆਂ, ਜਿੱਦਾਂ ਬੇਲਿਓਂ ਭਾਵ ਜੰਗਲਾਂ ਦੇ ਵਿੱਚੋਂ ਸ਼ੇਰ ਨਿਕਲਦੇ ਹਨ। ਮੀਆਂ ਭਾਵ ਕਿ ਮੀਆਂ ਕਿੱਦਾਂ ਮੀਆਂ ਜੀ ਕੀ ਹਾਲ ਹੈ, ਮੁਸਲਮਾਨ ਧਰਮ ਇਸਲਾਮ ਧਰਮ ਦੇ ਵਿੱਚ ਭਾਜੀ ਨੂੰ ਮੀਆਂ ਕਹਿ ਦਿੰਦੇ ਆ। ਚੜ੍ਹੇ ਸਭ ਮਝੈਲ ਦੁਆਬੀ ਹੈ ਜੀ। ਮੈਂ ਤੁਹਾਨੂੰ ਕਿਹਾ ਸੀਗਾ ਕਿ ਪੰਜਾਬ ਦੇ 3 ਹਿੱਸੇ ਆ, ਮਾਝਾ, ਦੁਆਬਾ ਅਤੇ ਮਾਲਵਾ। ਸੋ ਮਾਝੇ ਦੇ ਜਿਹੜੇ ਸਰਦਾਰ ਸੀਗੇ ਉਹ ਵੀ ਆਪਣੇ ਆਪਣੇ ਜੰਗ ਦੇ ਲਈ ਆਪਣੇ ਆਪਣੇ ਹਥਿਆਰ ਲੈ ਕੇ ਤੇ ਤੁਰ ਪਏ। ਦੁਆਬੇ ਦੇ ਸਰਦਾਰ ਵੀ ਆਪਣੇ ਜੰਗ ਦੇ ਵਿੱਚ ਹਥਿਆਰ ਲੈ ਕੇ ਤੁਰ ਪਏ। ਉਹ ਜਿਨ੍ਹਾਂ ਕਿਲੇ ਨਿਵਾਏ ਸੀ ਢੇਰ ਮੀਆਂ। ਕਿਲੇ ਨਿਵਾਉਣੇ ਭਾਵ ਕਿ ਜਿੱਤ ਦਰਜ ਕਰਨੀ, ਭਾਵ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਇਹ ਜਿਹੜੀ ਸੈਨਾ ਸੀਗੀ ਸਰਦਾਰਾਂ ਦੀ, ਇਹਨਾਂ ਨੇ ਬਹੁਤ ਸਾਰੇ ਕਿਲੇ ਨਿਵਾਏ ਸੀ, ਭਾਵ ਕਿ ਬਹੁਤ ਸਾਰੇ ਰਾਜਿਆਂ ਨੂੰ ਹਰਾਇਆ ਸੀਗਾ। ਸ਼ਾਹ ਮੁਹੰਮਦਾ ਤੁਰੇ ਜੰਬੂਰ ਖਾਨੇ। ਸ਼ਾਹ ਮੁਹੰਮਦ ਕਹਿੰਦਾ ਹੈ ਤੇ ਜੰਗ ਦੇ ਲਈ ਸਿੰਘਾਂ ਦੀ ਸੈਨਾ ਦੇ ਨਾਲ ਤੋਪਾਂ ਦੇ ਤੋਪਖਾਨੇ ਵੀ ਤੁਰ ਪਏ, ਜੰਬੂਰ ਖਾਨੇ ਤੋਪਖਾਨੇ ਵੀ ਤੁਰ ਪਏ। ਹੋਇਆ ਹੁਕਮ ਨਾ ਲਾਵੰਦੇ ਦੇਰ ਮੀਆਂ। ਜਦੋਂ ਇੱਕ ਅੱਗੇ ਫੇਰ ਦੇਖੋ ਇੱਥੇ ਕੌਮਾ ਵਾ। ਸੋ ਸ਼ਾਹ ਮੁਹੰਮਦਾ ਤੁਰੇ ਜੰਬੂਰ ਖਾਨੇ, ਹੋਇਆ ਹੁਕਮ ਨਾ ਲਾਵੰਦੇ ਦੇਰ ਮੀਆਂ। ਜਦੋਂ ਤੁਰਨ ਦਾ ਹੁਕਮ ਹੋਇਆ ਤੇ ਬਿਨਾਂ ਦੇਰ ਕੀਤੇ ਸ਼ਾਹ ਮੁਹੰਮਦ ਕਹਿੰਦਾ ਕਿ ਤੋਪਖਾਨੇ ਵੀ ਜੰਗ ਦੇ ਲਈ ਤੁਰ ਪਏ। ਸੋ ਬੇਟੇ ਹੁਣ ਅੱਗੇ ਤੇ ਤੁਰਨ ਦਾ ਸੀਗਾ ਸਾਰਾ। ਹੁਣ ਹੈਗਾ ਵੈ ਜਿਹੜੀ ਜੰਗ ਦਾ ਹਾਲ, ਭਾਵ ਜੰਗ ਦੇ ਵਿੱਚ ਕੀ ਹੋਇਆ ਉਹ ਸਾਰੇ ਬਾਰੇ ਬਿਆਨ ਕੀਤਾ ਹੈ ਸ਼ਾਹ ਮੁਹੰਮਦ ਨੇ। ਜੰਗ ਦਾ ਹਾਲ। ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ। ਫੇਰੂ ਸ਼ਹਿਰ ਬੇਟੇ ਫਿਰੋਜ਼ਪੁਰ ਸ਼ਹਿਰ, ਠੀਕ ਹੈ। ਫਿਰੋਜ਼ਪੁਰ ਸ਼ਹਿਰ ਦੇ ਲਾਗੇ ਜਾ ਕੇ ਜਿਹੜੀ ਸਿੱਖ ਸੈਨਾ ਸੀਗੀ ਉਹ ਰੁਕ ਗਈ। ਸੋ ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ। ਫਿਰ ਜਦੋਂ ਆ ਕੇ ਰੁੱਧੇ ਭਾਵ ਰੁਕ ਗਈ ਸੈਨਾ, ਕਿਉਂਕਿ ਤੇ ਉੱਥੇ ਜਦੋਂ ਯੁੱਧ ਸ਼ੁਰੂ ਹੋਇਆ ਤਾਂ ਜਿਹੜੀਆਂ ਤੋਪਾਂ ਸੀਗੀਆਂ ਨਾ, ਇੰਨਾ ਭਿਆਨਕ ਯੁੱਧ ਸੀਗਾ ਕਿ ਤੋਪਾਂ ਤੋੜਿਆਂ ਦੇ ਵਾਂਗ ਚੱਲੀਆਂ। ਤੋੜੇ ਭਾਵ ਬੰਦੂਕ। ਪੁਰਾਣੇ ਜ਼ਮਾਨੇ ਦੇ ਵਿੱਚ ਬੰਦੂਕਾਂ ਹੁੰਦੀਆਂ ਸੀਗੀਆਂ, ਮਤਲਬ ਉਹਨਾਂ ਨੂੰ ਤੋੜੇ ਕਿਹਾ ਜਾਂਦਾ ਸੀਗਾ, ਧਿਆਨ ਲਿਖ ਲਿਓ। ਤੋਪਾਂ ਇੱਦਾਂ ਚੱਲੀਆਂ ਜਿੱਦਾਂ ਬੰਦੂਕਾਂ ਚਲਾਈ ਦੀਆਂ। ਸਿੰਘ ਸੂਰਮੇ ਆਣ ਮੈਦਾਨ ਲੱਥੇ, ਗੰਜ ਲਾਹ ਸੁੱਟੇ ਉਹਨਾਂ ਗੋਰਿਆਂ ਦੇ। ਤੇ ਪਹਿਲਾਂ ਜਿਹੜੀ ਜੰਗ ਹੋਇਆ ਉਦੋਂ ਨਾ ਸਿੰਘਾਂ ਦੀ ਸੈਨਾ ਅੰਗਰੇਜ਼ਾਂ ਦੀ ਸੈਨਾ ਉੱਪਰ ਭਾਰੀ ਸੀਗੀ। ਤੇ ਸਿੰਘ ਸੂਰਮੇ ਆਣ ਮੈਦਾਨ, ਸਿੰਘ ਸੂਰਮੇ ਮੈਦਾਨ ਵਿੱਚ ਲੜਨ ਲਈ ਆ ਗਏ ਤੇ ਉਹਨਾਂ ਗੋਰਿਆਂ ਦੇ ਸਿਰ ਲਾਹ ਸੁੱਟੇ। ਗੰਜ ਲਾਹ ਸੁੱਟੇ ਉਹਨਾਂ ਗੋਰਿਆਂ ਦੇ, ਭਾਵ ਕਿ ਸਿਰ ਲਾਹ ਦਿੱਤੇ। ਟੁੰਡੇ ਲਾਟ ਨੂੰ ਅੰਤ ਨੇ ਖਾਏ ਗੁੱਸਾ। ਟੁੰਡੇ ਲਾਟ ਆ ਜਿਹੜਾ ਟੁੰਡੇ ਲਾਟ ਹੈ ਨਾ, ਇਹਦੇ ਬਾਰੇ ਧਿਆਨ ਨਾਲ ਸੁਣਿਓ। ਇਹ ਲਾਰਡ ਹਾਰਡਿੰਗ ਹੈ ਟੁੰਡੇ ਲਾਟ। ਟੁੰਡੇ ਲਾਟ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹਨੇ ਲਾਰਡ ਹਾਰਡਿੰਗ ਨੇ ਯੂਰਪ ਦੇ ਵਿੱਚ ਕਿਤੇ ਕੋਈ ਲੜਾਈ ਲੜੀ ਸੀ। ਉਹ ਲੜਾਈ ਦੇ ਵਿੱਚ ਉਹਦੇ ਹੱਥ ਨੂੰ ਨੁਕਸਾਨ ਪਹੁੰਚਿਆ ਸੀ, ਬਾਂਹ ਨੂੰ। ਇਸ ਕਰਕੇ ਉਹਦੀ ਕੋਈ ਹੱਥ ਇੱਕ ਨਾ ਹੋਏਗਾ, ਸੋ ਇਸ ਕਰਕੇ ਸਿੰਘ ਉਹਨੂੰ ਟੁੰਡੀ ਲਾਟ ਕਹਿੰਦੇ ਸੀਗੇ, ਭਾਵ ਕਿ ਠੀਕ ਹੈ। ਟੁੰਡੀ ਲਾਟ ਨੇ ਅੰਤ ਨੂੰ ਖਾਏ ਗੁੱਸਾ, ਭਾਵ ਲਾਰਡ ਹਾਰਡਿੰਗ ਨੇ ਗੁੱਸਾ ਖਾ ਕੇ ਫੇਰ ਦਿੱਤੇ ਨਹੀਂ ਲੱਖ ਢੰਡੋਰਿਆਂ ਦੇ। ਮਤਲਬ ਆਪਣੀ ਸੈਨਾ ਨੂੰ ਹੌਸਲਾ ਦਿੱਤਾ, ਲੱਖ ਢੰਡੋਰੇ ਪਿੱਟੇ ਕਿ ਹਾਂ ਤੁਸੀਂ ਅੱਗੇ ਵਧੋ, ਆਪਣੀ ਸੈਨਾ ਨੂੰ ਹੌਸਲਾ ਦਿੱਤਾ। ਸ਼ਾਹ ਮੁਹੰਮਦਾ ਰੰਡ ਬਿਠਾਏ ਨੰਦਨ। ਨੰਦਨ ਮਾਨੇ ਲੰਡਨ। ਲੰਡਨ ਜਿਹੜਾ ਹੈਗਾ ਵਾ ਉਹ ਇੰਗਲੈਂਡ ਦੀ ਇੱਕ ਬ੍ਰਿਟਿਸ਼ ਰਾਜਧਾਨੀ ਹੈ, ਇੰਗਲੈਂਡ ਦੀ ਨਹੀਂ, UK ਦੀ ਰਾਜਧਾਨੀ ਹੈ ਲੰਡਨ। ਸੋ ਬੇਟੇ UK ਇੱਕ ਦੇਸ਼ ਹੈ ਜਿਹਦੇ 4 ਮੇਨ ਹਿੱਸੇ ਹੈ, ਜਿਹਦੇ 4 ਮੇਨ ਸਟੇਟ ਹੈ। ਉਹ ਇੱਕ ਸਟੇਟ ਹੈ ਇੰਗਲੈਂਡ,
ਇੱਕ ਉਹਦੇ ਵਿੱਚ ਸਟੇਟ ਹੈ ਸਕਾਟਲੈਂਡ, ਇੱਕ ਹੈ ਵੇਲਜ਼ ਅਤੇ ਇੱਕ ਮੈਨੂੰ ਭੁੱਲ ਗਿਆ, ਇੱਕ ਬਾਕੀ ਇੰਟਰਨੈਟ ਤੋਂ ਸਰਚ ਕਰ ਲੈਣਾ। ਅੱਗੇ ਸ਼ਾਹ ਮੁਹੰਮਦ ਦਾ ਰੰਡ ਬਿਠਾਏ ਨੰਦਨ ਸਿੰਘ ਜਾਣ ਸਭੇ ਨਾਲ ਜੋਰਿਆਂ ਦੇ। ਸ਼ਾਹ ਮੁਹੰਮਦ ਕਹਿੰਦਾ ਹੈ ਕਿ ਇਹ ਸਿੰਘ ਇੰਨੀ ਬਹਾਦਰੀ ਨਾਲ ਲੜ ਰਹੇ ਸਨ ਕਿ ਉਹ ਲੰਡਨ ਵਿੱਚ ਬੈਠੀਆਂ ਜਿਹੜੀਆਂ ਅੰਗਰੇਜ਼ਾਂ ਦੀ ਜਨਾਨੀਆਂ ਸੀ ਨਾ, ਉਹਨੂੰ ਰੰਡੀਆਂ ਕਰੀ ਜਾ ਰਹੇ ਸੀ। ਭਾਵ ਕਿ ਯੁੱਧ ਦੇ ਮੈਦਾਨ ਵਿੱਚ ਲੰਡਨ ਵਿੱਚ ਜਿਹੜੀਆਂ ਗੋਰੀਆਂ ਸੀਗੀਆਂ ਉਹਨਾਂ ਦੇ ਹਸਬੈਂਡਸ ਨੂੰ, ਭਾਵ ਕਿ ਅੰਗਰੇਜ਼ਾਂ ਨੂੰ ਮਾਰ ਰਹੇ ਸਨ। ਸਿੰਘ ਜਾਣ ਸਭੇ ਨਾਲ ਜੋਰਿਆਂ ਦੇ, ਅਤੇ ਬੜੇ ਜ਼ੋਰ ਦੇ ਨਾਲ ਸਿੰਘ ਅੱਗੇ ਵਧਦੇ ਜਾ ਰਹੇ ਸਨ। ਬੇਟੇ ਹੁਣ ਲੜਾਈ ਚੱਲਣ ਦੀ ਹੈ ਅਤੇ ਅੱਗੇ ਓਬਵੀਅਸਲੀ ਇਹ ਗੱਲ ਹੈਗੀ ਹੈ ਕਿ ਅੰਗਰੇਜ਼ਾਂ ਦੀ ਸੈਨਾ ਵੱਧ ਹੈ ਅਤੇ ਉਹ ਅੰਗਰੇਜ਼ਾਂ ਦੀ ਸੈਨਾ ਸਿੰਘਾਂ ਦੀ ਸੈਨਾ ਅੱਗੇ ਪੂਰੀ ਕਾਮਯਾਬ ਨਹੀਂ ਸੀ ਹੋ ਰਹੀ। ਪਰ ਅੰਗਰੇਜ਼ਾਂ ਕੁਛ ਇਹ ਹੋਇਆ ਕਿ ਅੰਗਰੇਜ਼ਾਂ ਨੇ ਕੂਟਨੀਤੀ ਅਪਣਾਈ ਅਤੇ ਸਿੰਘਾਂ ਦੇ ਵਿੱਚੋਂ ਮੇਨ ਬੰਦੇ ਹੀ ਆਪਣੇ ਵੱਲ ਕਰ ਲਏ। ਲਾਲ ਸਿੰਘ ਤੇ ਤੇਜਾ ਸਿੰਘ ਸਭ ਤੋਂ ਵੱਡੇ ਗੱਦਾਰ ਹੈ ਸਾਡੇ, ਬਹੁਤ ਗੱਦਾਰ ਹੈ, ਪਰ ਲਾਲ ਸਿੰਘ ਤੇਜਾ ਸਿੰਘ ਦੀ ਬਾਰੇ ਹੁਣ ਗੱਲ ਕਰਨੀ ਬਣਦੀ ਹੈ। ਬੇਟੇ ਹੁਣ ਅਗਲਾ ਜਿਹੜਾ ਪੈਰਾ ਹੈ ਆਪਣਾ, ਇਹਦੇ ਵਿੱਚ ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ ਤੋਪਾਂ ਮਾਰੀਆਂ ਨੀਰ ਦੇ ਆਏ ਵੱਲੇ। ਫਿਰ ਅੰਗਰੇਜ਼ ਦਾ ਜਦੋਂ ਹੁਕਮ ਹੋਇਆ, ਭਾਵ ਕਿ ਪਿੱਛੋਂ ਅੰਗਰੇਜ਼ ਸਰਕਾਰ ਦਾ ਜਦੋਂ ਹੁਕਮ ਹੋਇਆ ਤੇ ਫਿਰ ਹੋਰ ਫੌਜਾਂ ਆ ਗਈਆਂ ਅੰਗਰੇਜ਼ਾਂ ਦੀਆਂ। ਤੋਪਾਂ ਮਾਰੀਆਂ ਨੀਰ ਦੇ ਆਏ ਵੱਲੇ, ਨੀਰ ਮੈਨੇ ਸਤਲੁਜ ਦਰਿਆ, ਪਾਣੀ, ਨੀਰ ਮੈਨੇ ਪਾਣੀ ਕਿਹੜਾ, ਸਤਲੁਜ ਦਰਿਆ ਵੱਲ ਆ ਕੇ ਉਹਨਾਂ ਨੇ ਤੋਪਾਂ ਚਲਾਉਣੀਆਂ ਸ਼ੁਰੂ ਕੀਤੀਆਂ ਅੰਗਰੇਜ਼ ਸੈਨਾ ਨੇ। ਫੂਕ ਸੁੱਟੀਆਂ ਸਾਰੀਆਂ ਮੈਗਜ਼ੀਨ ਭਾਵ ਜਿਹੜੇ ਬੰਦੂਕ ਦੇ ਵਿੱਚ ਲੱਗਦਾ ਹੁੰਦਾ ਜੇ ਗੋਲੀਆਂ ਪੈਂਦੀਆਂ, ਗੋਲੀਆਂ ਮੈਗਜ਼ੀਨ ਦੇ ਵਿੱਚ ਪੈਂਦੀਆਂ ਅਤੇ ਫਿਰ ਉਹ ਮੈਗਜ਼ੀਨ ਬੰਦੂਕ ਦੇ ਵਿੱਚ ਸੈੱਟ ਕਰਕੇ ਮਤਲਬ ਫਿੱਟ ਕਰਕੇ ਫਿਰ ਉਹ ਗੋਲੀ ਚਲਾਈ ਜਾਂਦੀ, ਬੰਦੂਕ ਚਲਾਈ ਜਾਂਦੀ ਹੈ। ਉਹਨਾਂ ਨੇ ਸਾਰੀਆਂ ਮੈਗਜ਼ੀਨਾਂ ਫੂਕ ਦਿੱਤੀਆਂ, ਭਾਵ ਕਿ ਮੈਗਜ਼ੀਨ ਦੇ ਵਿੱਚ ਗੋਲੀਆਂ ਭਰੀਆਂ ਜਾਂਦੀਆਂ ਪੁੱਤ। ਫੂਕ ਸੁੱਟੀਆਂ ਸਾਰੀਆਂ ਮੈਗਜ਼ੀਨਾਂ, ਸਿੰਘ ਉੱਡ ਕੇ ਪੱਤਰਾ ਹੋਏ ਚੱਲੇ। ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਤੋਪਾਂ ਚੱਲੀਆਂ, ਬੰਦੂਕਾਂ ਚੱਲੀਆਂ ਕਿ ਸਿੰਘ ਉੱਡ ਕੇ ਪੱਤਰਾ ਹੋਏ ਚੱਲੇ, ਭਾਵ ਕਿ ਸਿੰਘ ਹਾਰਨ ਲੱਗੇ। ਸੋ ਪੱਤਰਾ ਹੋਏ ਚੱਲੇ, ਦੌੜਨ ਲੱਗੇ। ਪੱਤਰਾ ਹੋਏ ਚੱਲੇ, ਦੌੜਨ ਲੱਗੇ, ਠੀਕ ਹੈ। ਸਿੰਘ ਉੱਡ ਕੇ ਸੈਨਾ ਪਿੱਛੇ ਹਟਣ ਲੱਗੀ ਅਤੇ ਪਿੱਛੇ ਦੌੜਨ ਲੱਗੀ। छैलदारियां तंबूआं छड्ड दौड़े। ਉਹ ਸਾਰੇ ਆਪਣੀਆਂ ਸਿੰਘ ਸੈਨਾ ਦੇ ਸਰਦਾਰ ਆਪਣੀਆਂ छैलदारियां ਤੇ ਤੰਬੂਆਂ ਨੂੰ ਛੱਡ ਕੇ ਪਿੱਛੇ ਦੌੜ ਗਏ। ਕੋਈ ਚੀਜ਼ ਨਾ ਲਈਏ ਬੰਨ ਪੱਲੇ। ਸ਼ਾਹ ਮੁਹੰਮਦ ਬੜੇ ਦੁੱਖ ਰੂਪ 'ਚ ਸਿੰਘ ਸੈਨਾ ਦੇ ਹਾਰਨ ਦਾ ਇਹ ਬਿਆਨ ਕਰਦਾ ਹੈ, ਨਜ਼ਾਰਾ ਬਿਆਨ ਕਰਦਾ ਹੈ ਕਿ ਮਤਲਬ ਸਿੰਘ ਸੈਨਾ ਹਾਰ ਗਈ ਅਤੇ ਉਹ ਛੱਡ ਕੇ ਪਿੱਛੇ ਦੌੜਨ ਲੱਗੀ ਅਤੇ ਕੋਈ ਵੀ ਚੀਜ਼ ਉਹਨਾਂ ਨੇ ਆਪਣੇ ਨਾਲ ਨਾ ਬੰਨੀ, ਭਾਵ ਕਿ ਉਹ ਜਾਨ ਬਚਾ ਕੇ ਪਿੱਛੇ ਹਟਣ ਲੱਗੀ। ਓੜਕ ਲਿਆ ਮੈਦਾਨ ਫਰੰਗੀਆਂ ਨੇ। ਫਿਰ छैलदारियां ਤੰਬੂਆਂ ਛੱਡ ਦੌੜੇ, ਕੋਈ ਚੀਜ਼ ਨਾ ਲਈਏ ਬੰਨ ਪੱਲੇ, ਆਪਣੇ ਪੱਲੇ ਕੋਈ ਚੀਜ਼ ਨਹੀਂ ਲਈ। ਸਿੰਘ ਸੈਨਾ ਪਿੱਛੇ ਹਟਣ ਲੱਗੀ। ਓੜਕ ਲਿਆ ਮੈਦਾਨ ਫਰੰਗੀਆਂ ਨੇ, ਸ਼ਾਹ ਮੁਹੰਮਦਾ ਰਣੋ ਨਾ ਮੂਲ ਹੱਲੇ। ਫਿਰ ਸ਼ਾਹ ਮੁਹੰਮਦ ਕਹਿੰਦਾ ਹੈ ਕਿ ਜਿਹੜਾ ਫਰੰਗੀਆਂ ਨੇ, ਅੰਗਰੇਜ਼ਾਂ ਨੇ ਫਿਰ ਮੈਦਾਨ 'ਤੇ ਕਬਜ਼ਾ ਕਰ ਲਿਆ, ਭਾਵ ਜਿੱਤਣ ਲੱਗੇ ਅਤੇ ਉਹ ਰਣੋ ਨਾ ਮੂਲ ਹੱਲੇ ਅਤੇ ਯੁੱਧ ਦੇ ਮੈਦਾਨ ਵਿੱਚੋਂ ਹਿੱਲਣ ਲਈ ਤਿਆਰ ਨਹੀਂ ਸਨ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਸ਼ਾਹ ਮੁਹੰਮਦ ਕਹਿੰਦਾ ਇਸ ਤਰ੍ਹਾਂ ਹਿੰਦੁਸਤਾਨ ਜਿਹਦੇ 'ਤੇ ਅੰਗਰੇਜ਼ ਦਾ ਰਾਜ ਸੀਗਾ ਅਤੇ ਪੰਜਾਬ ਦਾ ਹਿੰਦੁਸਤਾਨ ਅਤੇ ਪੰਜਾਬ ਦਾ ਜੰਗ ਹੋਣ ਲੱਗਾ ਅਤੇ ਦੋਨੇ ਹੀ ਫੌਜਾਂ ਬੜੀਆਂ ਤਾਕਤਵਰ ਸਨ। ਅੱਗੇ ਪੁੱਤ ਆਹ ਜਿਹੜਾ ਪੈਰਾ ਹੈ ਨਾ, ਆਖਰੀ ਪੈਰਾ, ਇਸ ਪੈਰੇ ਦੇ ਵਿੱਚ ਨਾ ਸ਼ਾਹ ਮੁਹੰਮਦ ਦਾ ਦਰਦ ਸਾਹਮਣੇ ਆਉਂਦਾ ਹੈ ਕਿ ਇਹ 'ਚ ਉਹਨੇ ਇਹ ਵੀ ਦੱਸਿਆ ਹੈ ਕਿ ਕਿਉਂ ਸਿੰਘ ਸੈਨਾ ਹਾਰੀ। ਇੱਕ ਤਾਂ ਤੁਹਾਨੂੰ ਮੈਂ ਦੱਸਿਆ, ਅਗਰ ਤੁਸੀਂ ਸਰਚ ਕਰੋਗੇ ਗੂਗਲ 'ਤੇ ਪਹਿਲਾ ਐਂਗਲੋ ਸਿੱਖ ਯੁੱਧ, ਤੁਹਾਨੂੰ ਪਤਾ ਲੱਗ ਜਾਏਗਾ ਕਿ ਮਤਲਬ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਕੀ ਕੀਤਾ, ਕੀ ਵਾਪਰਿਆ,
ਕਿਉਂ ਮਤਲਬ ਉਹਦੇ ਬਾਰੇ ਤੁਹਾਨੂੰ ਵੱਧ ਪੜ੍ਹਨ ਦੀ ਜ਼ਰੂਰਤ ਹੈ ਅਗਰ ਤੁਸੀਂ ਸ਼ਾਹ ਮੁਹੰਮਦ ਬਾਰੇ ਇਸ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਨੀ ਹੈ। ਅਤੇ ਬੇਟੇ ਇਹ ਆਖਰੀ ਪੈਰਾ ਵਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਸ਼ਾਹ ਮੁਹੰਮਦ ਕਹਿੰਦਾ ਕਿ ਇਸ ਤਰ੍ਹਾਂ ਜੰਗ ਹਿੰਦ ਤੇ ਪੰਜਾਬ ਦਾ ਜੰਗ ਹੋਣ ਲੱਗਾ ਅਤੇ ਦੋਨੇ ਫੌਜਾਂ ਬਹੁਤ ਭਾਰੀਆਂ ਸਨ। ਅੱਜ ਦੇਖੋ, ਅੱਜ ਅਗਲਾ ਪੈਰਾ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸ਼ਾਹ ਮੁਹੰਮਦ ਕਹਿੰਦਾ ਹੈ ਕਿ ਇਸ ਲੜਾਈ ਦੇ ਵਿੱਚ ਅੰਗਰੇਜ਼ੀ ਸੈਨਾ ਵੱਧ ਹੋਣ ਦੇ ਬਾਵਜੂਦ ਵੀ ਜਿਹੜੀਆਂ ਖਾਲਸੇ ਨੇ ਬਹਾਦਰੀ ਨਾਲ ਉਹਨਾਂ ਦਾ ਲੜਾਈ ਕੀਤੀ ਹੈ ਨਾ, ਅਗਰ ਜੇ ਸਰਕਾਰ ਹੁੰਦੀ ਹੁਣ ਤਾਂ ਉਹਨਾਂ ਦਾ ਮੁੱਲ ਪਾਉਂਦੀ। ਸਰਕਾਰ ਹੋਵੇ, ਸਰਕਾਰ ਭਾਵ ਕੌਣ? ਮਹਾਰਾਜਾ ਰਣਜੀਤ ਸਿੰਘ। ਹੁਣ ਸ਼ਾਹ ਮੁਹੰਮਦ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਮਿਸ ਕਰਦਾ ਹੈ ਕਿ ਉਹਦੇ ਹੁੰਦੇ ਸਿੱਖ ਰਾਜ ਬੜਾ ਤਾਕਤਵਰ ਸੀਗਾ। ਜੇ ਉਹ ਅੱਜ ਜਿੰਦਾ ਹੁੰਦਾ ਤਾਂ ਖਾਲਸੇ ਨੇ ਭਾਵ ਸਿੰਘ ਸੈਨਾ ਨੇ ਜਿਹੜੀਆਂ ਤੇਗਾਂ ਮਾਰੀਆਂ ਨਾ, ਭਾਵ ਜਿਹੜੀ ਅੱਜ ਯੁੱਧ ਲੜਿਆ ਬਹਾਦਰੀ ਦੇ ਨਾਲ, ਉਹਨੇ ਮੁੱਲ ਪਾਉਣਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ। ਘੋੜੇ ਆਦਮੀ ਗੋਲਿਆਂ ਨਾਲ ਉੱਡਣ, ਜਦੋਂ ਜੰਗ ਚੱਲਣ ਦਾ ਹੀ ਆ, ਅੰਗਰੇਜ਼ੀ ਸੈਨਾ ਬਹੁਤ ਸਾਰੇ ਗੋਲੇ ਚਲਾ ਰਹੇ, ਤੋਪਾਂ ਚਲਾ ਰਹੇ, ਬੰਦੂਕਾਂ ਚਲਾ ਰਹੇ ਆ। ਸੋ ਇੱਧਰ ਸਿੱਖ ਸੈਨਾ ਦਾ ਜੋ ਹਾਲ ਹੋ ਰਿਹਾ ਉਹਦੇ ਬਾਰੇ ਬਿਆਨ ਕਰਦਿਆਂ ਸ਼ਾਹ ਮੁਹੰਮਦ ਨੇ ਕਿਹਾ ਹੈ ਕਿ ਜਿਹੜੇ ਘੋੜੇ ਅਤੇ ਆਦਮੀ ਦੋਨੇ ਗੋਲਿਆਂ ਦੇ ਨਾਲ ਜਦੋਂ ਗੋਲੇ ਆ ਕੇ ਲੱਗ ਰਹੇ ਸਨ, ਘੋੜਿਆਂ ਸਣੇ ਆਦਮੀ ਉੱਡ ਰਹੇ ਸਨ। ਹਾਥੀ ਢਹਿੰਦੇ ਸਣੇ ਅੰਬਾਰੀਆਂ ਨੇ, ਅਤੇ ਹਾਥੀ ਅੰਬਾਰੀਆਂ ਭਾਵ ਕਿ ਹਾਥੀ ਉੱਪਰ ਜਿਹੜੀ ਟੋਕਰੀ ਹੁੰਦੀ ਜਿਹਦੇ ਵਿੱਚ ਬੰਦਾ ਬਹਿੰਦਾ ਹੈ, ਉਹ ਸਣੇ ਥੱਲੇ ਡਿੱਗ ਰਹੇ ਸਨ ਮਰ ਮਰ ਕੇ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਈ। ਸ਼ਾਹ ਮੁਹੰਮਦ ਕਹਿੰਦਾ ਹੈ, ਦੁਖੀ ਹਿਰਦੇ ਨਾਲ ਕਹਿੰਦਾ ਹੈ ਕਿ ਇੱਕ ਸਰਕਾਰ ਬਾਝੋਂ ਭਾਵ ਮਹਾਰਾਜਾ ਰਣਜੀਤ ਸਿੰਘ ਦੇ ਬਾਝੋਂ ਸਿੱਖ ਸੈਨਾ ਜਿੱਤ ਕੇ ਅੰਤ ਨੂੰ ਫਿਰ ਹਾਰ ਗਈ। ਇਸ ਤਰ੍ਹਾਂ ਬੇਟੇ ਇਹ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਹੈ। ਇਹਦੇ ਵਿੱਚ ਸਿੰਘਾਂ ਅਤੇ ਅੰਗਰੇਜ਼ਾਂ ਦੀ ਫੌਜ ਦੇ ਯੁੱਧ ਦਾ ਜ਼ਿਕਰ ਕੀਤਾ ਹੈ। ਅਤੇ ਇਹਦੇ ਵਿੱਚ ਸ਼ਾਹ ਮੁਹੰਮਦ ਪੰਜਾਬ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਇਸ ਯੁੱਧ ਬਾਰੇ ਆਪਣਾ ਉਹਨੂੰ ਹੇਰਵਾ ਹੈ ਕਿ ਜੇ ਮਹਾਰਾਜਾ ਰਣਜੀਤ ਸਿੰਘ ਜਿੰਦਾ ਹੁੰਦਾ ਤਾਂ ਅੱਜ ਇਹ ਜੰਗ ਵੀ ਆਪਾਂ ਸਿੰਘਾਂ ਨੇ ਜਿੱਤ ਲੈਣੀ ਸੀਗੀ। ਸੋ ਬੇਟਾ ਇਹਦੇ ਬਾਰੇ ਤੁਹਾਡਾ ਇਹ ਜਿਹੜਾ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਬਾਰੇ ਮੈਂ ਤੁਹਾਨੂੰ ਦੱਸਿਆ ਹੈ। ਸੋ ਤੁਸੀਂ ਜੇ ਬਾਰ ਇਹਨੂੰ ਪੜ੍ਹਨਾ ਹੈ ਅਤੇ ਬਾਰ ਵੀਡੀਓ ਦੇਖ ਲਿਓ ਅਤੇ ਗੂਗਲ ਜ਼ਰੂਰ ਕਰਨਾ ਪਹਿਲਾ ਐਂਗਲੋ ਸਿੱਖ ਯੁੱਧ, ਜਿਹਦੇ ਬਾਰੇ ਤੁਹਾਨੂੰ ਜ਼ਿਆਦਾ ਪਤਾ ਲੱਗੇਗਾ। ਸੋ ਧੰਨਵਾਦ ਬੇਟੇ, ਉਮੀਦ ਹੈ ਤੁਸੀਂ ਇਹਨੂੰ ਦੇਖੋਗੇ ਅਤੇ ਇਹਦੇ ਨਾਲ ਸੰਬੰਧਿਤ ਕੁਐਸਚਨ ਕਰਨ ਦੇ ਲਈ ਆਪਣਾ ਦਿਮਾਗ ਲਗਾਓਗੇ। ਧੰਨਵਾਦ, ਥੈਂਕ ਯੂ।